ਮਣੀਪੁਰ ਦੀ ਗੱਲ ਕਰ ਲਈਏ ਸ਼ਰਮਾ ਜੀ, ਵੈਸੇ ਤਾਂ ਪੰਜਾਬੀ ਮੀਡੀਆ ਅਤੇ ਹਿੰਦੀ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਜਿਹੜਾ ਇਸ ਮਸਲੇ ਤੇ ਗੱਲ ਕਰਨ ਤੋਂ ਟਾਲਾ ਜਿਹਾ ਵੱਟਦਾ ਹੈ। ਪਰ ਮਣੀਪੁਰ ਦੀ ਜੇ ਗੱਲ ਕਰੀਏ ਤਾਂ FIR ਤਾਂ ਹੋ ਗਈਆਂ 6000, ਪਰ ਕੀ ਵਾਕਈ ਗ੍ਰਿਫਤਾਰੀਆਂ ਹੁਣ ਤੱਕ 7 ਹੋਈਆਂ ਨੇ ਜੀ? ਪ੍ਰਵੀਨ ਜੀ, ਸੁਪਰੀਮ ਕੋਰਟ ਇਸ ਮਸਲੇ ਤੇ ਪਿਛਲੇ 2 ਦਿਨਾਂ ਤੋਂ ਲਗਾਤਾਰ ਸਖਤ ਨਜ਼ਰ ਆ ਰਹੀ ਹੈ। ਹੂੰ। ਪਹਿਲੇ ਦਿਨ ਉਹਨਾਂ ਨੇ ਸਾਰੀ ਜਾਣਕਾਰੀ ਕੀਤੀ ਤੇ ਕਰਨ ਤੋਂ ਬਾਅਦ, ਇਕੱਠੀ ਕਰਨ ਤੋਂ ਬਾਅਦ 24 ਘੰਟਿਆਂ 'ਚ ਜਵਾਬ ਮੰਗਿਆ ਮਣੀਪੁਰ ਸਰਕਾਰ ਔਰ ਕੇਂਦਰ ਸਰਕਾਰ ਤੋਂ ਜੀ ਕਿ ਲਿਆਓ ਹਿਸਾਬ ਕਿਤਾਬ, ਉਸ ਦਿਨ ਦੀ ਕੀ ਕਾਰਵਾਈ ਕੀਤੀ, ਕਿੰਨੀਆਂ FIR ਨੇ, ਕਿੰਨੇ ਪਰਚੇ ਨੇ, ਕਿੰਨੀਆਂ ਗ੍ਰਿਫਤਾਰੀਆਂ ਨੇ, ਕਿੰਨੀਆਂ ਰਿਪੋਰਟਾਂ ਨੇ, ਕੀ ਇਨਵੈਸਟੀਗੇਸ਼ਨ ਹੈ, ਸਾਰਾ ਹਿਸਾਬ ਕਿਤਾਬ ਮੰਗਿਆ। 24 ਘੰਟਿਆਂ ਬਾਅਦ ਜੋ ਸਾਹਮਣੇ ਆਇਆ ਉਹ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ। ਪ੍ਰਵੀਨ ਜੀ, 6000 ਤੋਂ ਵੱਧ FIR ਹੋਣ ਤੇ ਗ੍ਰਿਫਤਾਰੀਆਂ 7। ਇਹ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ। ਜੀ ਸੁਪਰੀਮ ਕੋਰਟ ਦੇ ਮਾਨਯੋਗ ਚੀਫ ਜਸਟਿਸ ਚੰਦਰਚੂੜ ਜੀ ਹੋਰਾਂ ਦੀ ਅਗਵਾਈ 'ਚ 3 ਮੈਂਬਰੀ ਬੈਂਚ ਹੁਣੇ ਮਾਮਲਾ ਦੇਖ ਰਿਹਾ। ਠੀਕ ਹੈ। ਤੇ ਉਸ ਦੇ ਵਿੱਚ ਉਹ ਕਹਿੰਦੇ ਜੀ ਕਿ 1 ਅਗਸਤ ਨੂੰ, ਮਤਲਬ ਕਿ ਪੁਲਿਸ ਦੀ ਜਾਂ 1 ਅਗਸਤ ਨੂੰ ਉਹ ਟਿੱਪਣੀ ਕਰ ਰਹੇ ਨੇ ਹੁਣੇ। ਕਹਿੰਦੇ ਜੀ ਕਿ ਮੈਂ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਪੂਰੇ ਮਣੀਪੁਰ ਵਾਲੇ ਘਟਨਾਕ੍ਰਮ ਦੇ ਵਿੱਚ ਪੁਲਿਸ ਦੀ ਜਾਂਚ ਬਿਲਕੁਲ ਸੁਸਤ ਹੈ। ਠੀਕ ਹੈ। ਇਹ ਸੁਸਤ ਹੈ ਜਾਂ ਸਿਆਸਤ ਤੋਂ ਪ੍ਰਭਾਵਿਤ ਹੈ? ਇਹ ਇੱਕ ਵੱਖਰਾ ਸਵਾਲ ਹੈ। ਚਲੋ, ਇਹ 1 ਅਗਸਤ ਦੀ ਟਿੱਪਣੀ ਹੈ। ਪਰ ਨਾਲ ਹੀ ਉਹਨਾਂ ਨੇ ਇੱਕ ਪਹਿਲੂ ਹੋਰ ਕਿਹਾ। ਉਹ ਕਹਿੰਦੇ 2-2 3-3 ਮਹੀਨੇ ਕਿਉਂ ਲੱਗੇ FIR ਦਰਜ ਕਰਨ? ਜਦੋਂ ਉਹ 2-3 ਮਹੀਨੇ ਵਾਲੀ ਗੱਲ ਕੀਤੀ ਤਾਂ ਮੈਂ ਡੇਟਾ ਦੇਖ ਰਿਹਾ ਸੀਗਾ ਜੀ। ਮਤਲਬ ਮਤਲਬ ਘਟਨਾ ਵਾਪਰਦੀ ਹੈ 3 ਮਈ 4 ਮਈ ਨੂੰ। ਜੀ 0 FIR ਹੁੰਦੀ ਹੈ 16 ਜੂਨ ਨੂੰ। ਮਤਲਬ ਇਹ 3-4 ਜੂਨ ਦੀ ਤਾਂ ਉਹ ਵੀਡੀਓ ਦੇ ਹਵਾਲੇ ਨਾਲ ਹੈ ਨਾ ਗੱਲ ਜੀ। ਹਿੰਸਕ ਵਾਰਦਾਤਾਂ ਤਾਂ ਉੱਥੇ ਬਹੁਤ ਪਹਿਲਾਂ ਸ਼ੁਰੂ ਹੋ ਗਈਆਂ ਸੀ। ਉਸ ਹਵਾਲੇ ਨਾਲ ਜੇਕਰ 16 ਜੂਨ ਨੂੰ 0 FIR ਹੈ, ਹਾਂਜੀ, ਜਿਹੜੀ ਇਸ ਮਾਮਲੇ ਦੀ 4 ਮਈ ਵਾਲੀ 3 ਤੇ 4 ਮਈ ਵਾਲੀ ਜਿਹੜੀ ਘਟਨਾ ਦੀ ਹੈ, ਉਹ ਕਹਿੰਦੇ 7 ਜੁਲਾਈ ਨੂੰ ਜਾ ਕੇ FIR ਹੁੰਦੀ ਹੈ। ਉਹ ਵੀਡੀਓ ਸਾਹਮਣੇ ਆ ਗਈ, ਮੁੱਦਾ ਬਣਿਆ, ਹਗਾਮਾ ਹੋਇਆ, ਹੈ ਨਾ। ਉਸ ਤੋਂ ਬਾਅਦ FIR ਦਾ ਦੌਰ ਸ਼ੁਰੂ ਹੁੰਦਾ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਆਉਂਦੇ 132 FIR ਦਰਜ ਹੋ ਗਈਆਂ ਜੀ। ਅੱਛਾ, ਰਿਕਾਰਡ ਤੋੜਤਾ। 6532 FIR ਦਰਜ ਹੋਣ, ਗ੍ਰਿਫਤਾਰੀਆਂ ਵੀ 4-5 ਹਜ਼ਾਰ ਤਾਂ ਹੋਣਗੀਆਂ। ਉਲਟਾ ਤਾਂ ਵੱਧ ਹੋਣੀਆਂ ਚਾਹੀਦੀਆਂ। 1 FIR ਦੇ ਵਿੱਚ 20 ਜਣੇ ਦਾ ਨਾਮ ਵੀ ਬੰਦੇ, ਹਾਂਜੀ, ਕਈ ਬੰਦੇ ਗ੍ਰਿਫਤਾਰ ਹੋ ਜਾਂਦੇ। ਮੈਂ ਕਹਿੰਦਾ ਚਲੋ ਆਪਾਂ ਜੇ ਅੱਧੀਆਂ ਵੀ ਲਾਈਏ ਤਾਂ ਵੀ 3200-3300 ਤਾਂ ਗ੍ਰਿਫਤਾਰੀਆਂ ਬਣਦੀਆਂ ਨਾ। ਜੀ ਸੁਪਰੀਮ ਕੋਰਟ ਨੇ ਪੁੱਛਿਆ ਕਿ 6000 ਤੋਂ ਵੱਧ FIR ਨੇ ਤੇ ਗ੍ਰਿਫਤਾਰੀਆਂ 7 ਕਿਉਂ ਨੇ? ਤੇ ਫਿਰ ਜਵਾਬ ਦਿੱਤਾ ਗਿਆ ਜੀ ਸਰਕਾਰਾਂ ਦੇ ਵਕੀਲ ਵੱਲੋਂ, ਪੁਲਿਸ ਵੱਲੋਂ। ਕਹਿੰਦੇ ਨਹੀਂ ਜੀ, 7 ਗ੍ਰਿਫਤਾਰੀਆਂ ਸਿਰਫ ਵੀਡੀਓ ਮਾਮਲੇ 'ਚ ਨੇ। ਬਾਕੀ ਮਾਮਲਿਆਂ 'ਚ ਹੁਣ ਤੱਕ ਅਸੀਂ 250 ਦੇ ਕਰੀਬ ਗ੍ਰਿਫਤਾਰੀਆਂ ਕਰ ਚੁੱਕੇ ਹਾਂ। ਮਤਲਬ ਇਹਨੂੰ ਵੀ ਅੰਕੜਾ ਉਹ ਵੱਡਾ ਸਮਝਦੇ ਆ। 132 FIR ਦੇ ਪਿੱਛੇ ਗ੍ਰਿਫਤਾਰੀ ਉਹ ਕਹਿੰਦੇ ਜੀ 250 ਦੇ ਕਰੀਬ ਹੈ। ਠੀਕ ਹੈ। 7 ਉਹ ਵੀ ਨੇ ਜਿਹੜਾ ਵੀਡੀਓ ਮਾਮਲਾ ਸੀਗਾ, ਜਿਹੜਾ ਕਮਾਉਣ ਵਾਲਾ ਔਰਤਾਂ ਨੂੰ, ਹੈ ਨਾ, ਨਿਰਵਾਚਨ। ਇਹ ਸਾਰਾ ਪਹਿਲੂ ਤੇ ਇਸ ਮਾਮਲੇ ਤੇ ਸੁਪਰੀਮ ਕੋਰਟ ਖਾਸੀ ਸਖਤ ਹੈ ਜੀ। ਉਹਨਾਂ ਨੇ ਬਕਾਇਦਾ ਤੌਰ ਤੇ ਮਣੀਪੁਰ ਦੇ DGP ਨੂੰ ਤਲਬ ਕਰ ਲਿਆ, ਹੈ ਨਾ। ਤੇ ਕੇਂਦਰ ਸਰਕਾਰ ਨੂੰ, ਮਣੀਪੁਰ ਸਰਕਾਰ ਨੂੰ, ਪੁਲਿਸ ਨੂੰ ਜਦੋਂ ਸਿੱਧਾ ਪੁੱਛਿਆ ਗਿਆ ਕਿ FIR ਲੇਟ ਕਿਉਂ ਦਰਜ ਹੋਈਆਂ, ਦੇਰੀ ਦਾ ਕਾਰਨ ਕੀ ਹੈ, ਕੀ ਮਨਸ਼ਾ ਹੈ, ਹਾਂਜੀ, ਕੇਂਦਰ ਪਤਾ ਵੀ ਕੀ ਕਹਿੰਦਾ ਜੀ ਸੁਪਰੀਮ ਕੋਰਟ 'ਚ? ਹਾਂਜੀ, ਉਹ ਜੀ ਮਾਹੌਲ ਖਰਾਬ ਸੀਗਾ ਜੀ, ਤਾਂ ਕਰਕੇ ਅਸੀਂ FIR ਦਰਜ ਨਹੀਂ ਕਰ ਸਕਦੇ। ਅੱਛਾ ਜੀ। ਪੁਲਿਸ ਨੂੰ ਜੇ ਡਰ ਲੱਗਦਾ ਫਿਰ ਪੁਲਿਸ ਦੀ ਲੋੜ ਕੀ ਹੈ? ਤੇ ਸੁਪਰੀਮ ਕੋਰਟ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਮਣੀਪੁਰ 'ਚ ਹੁਣ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਤੇ ਅਸੀਂ ਹੁਣ ਤੁਹਾਨੂੰ ਹਦਾਇਤ ਕਰਦੇ ਹਾਂ ਕਿ ਇਸ ਮਸਲੇ ਦੇ ਉੱਤੇ ਸਖਤ ਐਕਸ਼ਨ ਲੈਂਦਿਆਂ ਹੋਇਆਂ, ਸਖਤ ਕਾਰਵਾਈ ਕਰਦਿਆਂ ਹੋਏ ਦੱਸੋ, ਨਹੀਂ ਇਹ ਮਾਮਲਾ ਸਿੱਟ ਬਣਨ ਵੱਲ, ਰਿਟਾਇਰਡ ਜੱਜਾਂ ਦੀ ਅਗਵਾਈ 'ਚ ਸਿੱਟ ਜਾਂ ਇੱਕ ਨਿਗਰਾਨ ਕਮੇਟੀ ਬਣਾਉਣ ਵੱਲ ਵੱਧ ਸਕਦਾ, ਜਿਹਦੇ ਸੰਕੇਤ ਮਿਲ ਰਹੇ ਨੇ। ਫਿਲਹਾਲ ਹੁਣ ਇਸ ਮਾਮਲੇ ਦੀ ਸੁਣਵਾਈ 7 ਅਗਸਤ ਤੇ ਪੈ ਗਈ ਹੈ ਜੀ। ਤੇ ਹੁਣ 7 ਅਗਸਤ ਤੱਕ ਦੇਖਦੇ ਹਾਂ ਇਹ ਸਾਰੇ ਪਹਿਲੂਆਂ ਦੇ ਹਵਾਲੇ ਨਾਲ ਕੀ ਅਗਾਂਹ ਨੂੰ ਵੱਧਦਾ ਹੈ ਮਾਮਲਾ। ਬਹੁਤ ਗੰਭੀਰ ਹੈ। ਤੁਹਾਡਾ ਕਹਿਣਾ ਬਿਲਕੁਲ ਦਰੁਸਤ ਹੈ ਕਿ ਮੀਡੀਆ ਇਸ ਪਹਿਲੂ ਤੇ ਚਰਚਾ ਕਰਨੋਂ ਕੰਨੀ ਕਤਰਾ ਰਿਹਾ ਜਾਂ ਆਕਾਮਾਂ ਦੇ, ਸਰਕਾਰਾਂ ਦੇ ਲੀਡਰਾਂ ਦੇ ਹੁਕਮਾਂ ਦੇ ਨਾਲ ਇਸ ਮਸਲੇ ਨੂੰ ਠੰਡੇ ਵਸਤੇ ਪਾ ਰਿਹਾ। ਇਸੇ ਮਸਲੇ ਦਾ ਆਧਾਰ ਮੰਨਿਆ ਜਾ ਰਿਹਾ ਕਿ ਮਾਨਸੂਨ ਸੈਸ਼ਨ ਦੇ ਵਿੱਚ ਜਿਹੜਾ ਦਿੱਲੀ ਵਾਲਾ ਆਰਡੀਨੈਂਸ ਹੈ
ਉਹ ਇਸੇ ਮਸਲੇ ਨੂੰ ਠੰਡੇ ਵਾਸਤੇ ਪਾਉਣ ਦੇ ਲਈ ਉਹਨੂੰ ਉਭਾਰਿਆ ਜਾ ਰਿਹਾ ਤਾਂ ਕਿ ਵਿਵਾਦ ਉਧਰ ਨੂੰ ਮੁੜ ਜਾਵੇ ਮਾਨਸੂਨ ਸੈਸ਼ਨ ਦੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੇ ਅੰਦਰ। ਜੀ ਜੀ।